देखो तुसी कुड़ी नूं छोटी उम्र 'ਚ सोचदे ਵਿਆਹ ਕਰਾ ਕੇ ਸੈੱਟ ਕਰ ਦੋ, ਇਹ ਬੜੀ ਗਲਤ ਸੋਚ ਹੈਗੀ ਹੈ। ਜਦ ਤੱਕ ਤੁਸੀਂ ਉਹਨੂੰ ਪੜਾਓ ਲਿਖਾਓਗੇ ਨਹੀਂ, ਅੱਗੇ ਕੁਝ ਦਿਖਾਓਗੇ ਨਹੀਂ, ਉਹ ਕੀ ਕਰੇਗੀ। ਤੁਸੀਂ ਬਸ ਇੱਕ ਪੈਸ਼ਨ ਬਣਾ ਲਓ, ਇੱਕ ਤੁਹਾਡਾ ਜੋ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਤੁਸੀਂ ਅੱਗੇ ਸਕਸੈਸ ਕੀ ਹੈ ਤੁਹਾਡੇ ਲਈ, ਤੁਸੀਂ ਸਕਸੈਸ ਕਿਸ ਚੀਜ਼ ਨੂੰ ਮੰਨਦੇ ਹੈਗੇ ਹੋ। ਤੁਸੀਂ ਉਹਨੂੰ ਇੱਕ ਟਾਰਗੇਟ ਬਣਾ ਲਓ ਲਾਈਫ ਵਿੱਚ, ਮੈਂ ਇਹ ਕਰਨਾ ਹੈਗਾ, ਉਹਨੂੰ ਆਪੇ ਹੌਲੀ ਹੌਲੀ ਹਾਸਲ ਕਰੀ ਜਾਓ। ਸ਼ਾਰਟਕਟ ਕਰਕੇ ਲੋਕ ਗਲਤ ਰਸਤੇ ਜਾਣਗੇ। ਕਦੀ ਡਰਨਾ ਨਹੀਂ ਚਾਹੀਦਾ ਤੇ ਲੋਕਾਂ ਦੀ ਨਹੀਂ ਸੁਣਨੀ ਚਾਹੀਦੀ। ਪਹਿਲੀ ਗੱਲ ਮੈਂ ਅੱਜ ਤੱਕ ਲੋਕਾਂ ਦੀ ਨਹੀਂ ਸੁਣੀ ਹੈ। ਤੁਹਾਨੂੰ ਡਰਨਾ ਨਹੀਂ ਚਾਹੀਦਾ ਹੈਗਾ, ਅੱਗੇ ਆਓ। ਤੁਸੀਂ ਡਰੋਗੇ ਹੋਰ ਡਰਨਗੇ, ਫਿਰ ਕੌਣ ਅੱਗੇ ਆਏਗਾ। ਇੱਕ ਕੱਲ ਸਮਾਜ ਚੇਂਜ ਹੋਏਗਾ। ਕੋਈ ਵੀ ਹੋਵੇ ਉਸ ਵਿੱਚ ਸੱਚੀ ਮਿਹਨਤ ਤੇ ਸੱਚੀ ਡੈਡੀਕੇਸ਼ਨ ਦੀ ਲੋੜ ਹੁੰਦੀ ਹੈ, ਕਿਉਂਕਿ ਹਰ ਕੋਈ ਵੀ ਫੀਲਡ ਜੋਨ ਕਰਦਾ ਉਸ ਵਿੱਚ ਸੱਚੀ ਮਿਹਨਤ ਜ਼ਰੂਰ ਕਰਦਾ ਹੈ। ਪਰ ਔਰਤ ਨੂੰ ਅੱਜ ਦੇ ਦੌਰ ਵਿੱਚ ਵੀ ਪੈਰ ਦੀ ਜੁੱਤੀ ਸਮਝਿਆ ਜਾਂਦਾ, ਜੋ ਕਿ ਮਾੜੀ ਗੱਲ ਹੈ। ਔਰਤ ਨੂੰ ਇਹ ਸਮਝਿਆ ਜਾਂਦਾ ਕਿ ਉਹ ਸਿਰਫ ਚੁੱਲ੍ਹੇ ਚੌਕੇ ਤੱਕ ਹੀ ਸੀਮਤ ਹੈ, ਸਿਰਫ ਰੋਟੀ ਲਾਉਣ ਤੱਕ ਹੀ ਸੀਮਤ ਹੈ। ਪਰ ਐਦਾਂ ਨਹੀਂ ਹੈ। ਜੇਕਰ ਅੱਜ ਦੀ ਔਰਤ ਦੀ ਗੱਲ ਕੀਤੀ ਜਾਵੇ, ਉਹ ਮਰਦ ਨਾਲ ਕੰਧਾਂ ਮਿਲਾ ਕੇ ਕੰਮ ਕਰਦੀ ਹੈ, ਬਰਾਬਰ ਖੜਦੀ ਹੈ। ਕਿਉਂਕਿ ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ, ਕੰਮ ਹੁੰਦਾ ਹੈ। ਉਹ ਆਪਣੇ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰਦੀ ਹੈ ਤੇ ਵੱਡੇ ਲੈਵਲ ਤੱਕ ਉਸ ਨੂੰ ਹਰ ਹਾਲ 'ਚ ਲੈ ਕੇ ਜਾਂਦੀ ਹੈ, ਕਿਉਂਕਿ ਉਸ ਵਿੱਚ ਉਸਦੀ ਸੱਚੀ ਮਿਹਨਤ ਹੁੰਦੀ ਹੈ। ਅੱਜ ਨੂੰ ਅਜਿਹੀ ਹਸਤੀ ਨਾਲ ਅਸੀਂ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਇੰਟਰੋਡਕਸ਼ਨ ਦੀ ਲੋੜ ਨਹੀਂ ਹੈਗੀ। ਉਹ ਇੰਟਰਪ੍ਰੇਨਰ ਵੀ ਨੇ, ਉਹਨਾਂ ਨੇ ਐਕਟੀਵਿਟੀਜ਼ ਵੀ ਕੀਤੀਆਂ ਨੇ, ਔਰਤਾਂ ਨੂੰ ਇਨਕਰੇਜ ਕਰਦੇ ਨੇ। ਅਲੱਗ-ਅਲੱਗ ਸ਼ਹਿਰਾਂ ਵਿੱਚ ਜਾ ਕੇ ਔਰਤਾਂ ਨੂੰ ਹਿੰਮਤ ਦਿੰਦੇ ਨੇ ਕਿ ਔਰਤ ਨੂੰ ਅੱਜ ਵੀ ਪੈਰ ਦੀ ਜੁੱਤੀ ਨਹੀਂ ਸਮਝਾਉਂਦਾ, ਕਿ ਉਹ ਇਹ ਕਹਿੰਦੇ ਨੇ ਕਿ ਔਰਤ ਸੱਚੀ ਮਿਹਨਤ ਕਰੇ ਤਾਂ ਕਿਤੇ ਤੇ ਕਿਤੇ ਜਾ ਸਕਦੀ ਹੈ। ਤਾਂ ਮੇਰੇ ਨਾਲ ਇਸ ਸਮੇਂ ਮੌਜੂਦ ਨੇ ਸ਼ੈਲੀ ਗੁਨਪ੍ਰੀਤ ਜੀ। ਇਹਨਾਂ ਨਾਲ ਖਾਸ ਗੱਲਬਾਤ ਕਰਦੇ ਹਾਂ, ਇਹਨਾਂ ਦੇ ਸਫ਼ਰ ਬਾਰੇ ਜਾਣਦੇ ਹਾਂ ਤੇ ਹੋਰ ਵੀ ਕਈ ਸਾਰੀਆਂ ਇਹਨਾਂ ਨਾਲ ਗੱਲਾਂ ਕਰਦੇ ਹਾਂ। ਸ਼ੈਲੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ TV NRI ਤੇ। ਥੈਂਕ ਯੂ ਬੀਨੂ ਜੀ, ਤੁਸੀਂ ਆਏ, ਤੁਹਾਨੂੰ ਇੰਨਾ ਮਾਣ ਦਿੱਤਾ ਹੈ, ਥੈਂਕ ਯੂ ਤੁਹਾਡਾ। ਤੇ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਪਾਇਲਟ ਵੀ ਰਹਿ ਚੁੱਕੇ ਹੋ, ਤੁਸੀਂ ਇੰਟਰਪ੍ਰੀਨਰ ਵੀ ਦੇਖਦੇ ਹੋ, ਸਾਰਾ ਐਕਟੀਵਿਟੀਜ਼ ਕਰਦੇ ਹੋ, ਔਰਤਾਂ ਨੂੰ ਇਨਕਰੇਜ ਕਰਦੇ ਹੋ। ਓਵਰਆਲ ਐਕਸਪੀਰੀਅੰਸ, ਓਵਰਆਲ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਕਿੱਦਾਂ ਰਿਹਾ ਤੁਹਾਡਾ ਸਫ਼ਰ? ਬੜਾ ਅੱਛਾ ਸਫ਼ਰ ਰਿਹਾ ਹੈਗਾ। ਹਜੇ ਸਫ਼ਰ ਚੱਲ ਰਿਹਾ ਹੈਗਾ, ਰੁਕੇ ਨਹੀਂ ਹੈਗੇ ਅਸੀਂ। ਪਰ ਜਿਵੇਂ ਬਹੁਤ ਛੋਟੀ ਉਮਰ ਵਿੱਚ ਹੀ ਮੈਂ ਆਪਣਾ ਜਰਨੀ ਦਾ ਮੈਨੂੰ ਪਤਾ ਸੀ ਕਿ ਮੈਂ ਕਿਹੜੇ ਪਾਸੇ ਨੂੰ ਜਾਣਾ ਹੈਗਾ, ਕਿਉਂਕਿ ਤੁਹਾਡੀ ਫੈਮਿਲੀ ਵਿੱਚ ਹੀ ਪਾਇਆ ਜਾਂਦਾ, ਤੁਹਾਡੇ ਖੂਨ 'ਚ ਹੀ ਹੁੰਦਾ ਹੈ ਕਿ ਤੁਸੀਂ ਕੀ ਕਰਨਾ ਹੈਗਾ। ਮੇਰੇ ਮਦਰ ਟੀਚਰ ਸੀਗੇ ਗਵਰਨਮੈਂਟ ਸਕੂਲ ਵਿੱਚ, ਮੇਰੇ ਫਾਦਰ ਚੀਫ ਇੰਜੀਨੀਅਰ ਰਿਟਾਇਰਡ ਹੋਏ ਨੇ ਰੇਲਵੇ ਵਿੱਚ। ਤਾਂ ਸਾਡੇ ਦਿਮਾਗ 'ਚ ਇਹੀ ਪਾਇਆ ਗਿਆ ਸੀ ਕਿ ਪੜ੍ਹਾਈ ਦੀ ਬਹੁਤ ਅਹਿਮੀਅਤ ਹੈਗੀ ਹੈ, ਪੜ੍ਹਾਈ ਹੀ ਕਰਨੀ ਹੈ। ਸਾਡੇ ਖਾਨਦਾਨ ਵਿੱਚ ਵੀ ਇਹ ਕਹਿੰਦੇ ਹੁੰਦੇ ਕੁੜੀ ਤੇ ਤੁਸੀਂ ਉਹਦੇ ਵਿਆਹ ਤੇ ਖਰਚਾ ਨਾ ਕਰੋ, ਉਹਦੀ ਪੜ੍ਹਾਈ ਤੇ ਖਰਚਾ ਕਰੋ। ਇਹ ਸਾਡਾ ਮੋਟਿਵ ਰਿਹਾ ਤੇ ਇਸੀ ਤੇ ਚਲਦੇ ਮੇਰੇ ਪੇਰੈਂਟਸ ਨੇ ਸਾਨੂੰ ਕਾਫੀ ਅੱਛੀ ਪੜ੍ਹਾਈ ਲਿਖਾਈ ਕਰਾਈ। ਅਸੀਂ ਆਪਣੇ ਪੈਰਾਂ ਤੇ ਖੁਦ ਖੜੇ ਹੋਏ। ਬਹੁਤ ਅੱਛਾ 17 ਸਾਲ ਦੀ ਉਮਰ ਵਿੱਚ ਹੀ ਮੈਂ ਇੰਡੀਆ ਛੱਡ ਕੇ ਬਾਹਰ ਸੈੱਟ ਹੋ ਗਈ ਸੀ ਲੰਡਨ ਵਿੱਚ। ਅਸੀਂ UK ਚਲੇ ਗਏ ਸੀਗੇ। ਉੱਥੇ ਫਿਰ ਮੈਂ ਆਪਣੀ ਪੜ੍ਹਾਈ ਕੀਤੀ, ਐਰੋਸਪੇਸ ਇੰਜੀਨੀਅਰਿੰਗ ਕੀਤੀ ਹੋਈ ਹੈ ਮੈਂ। ਇੰਜੀਨੀਅਰਿੰਗ ਤੋਂ ਬਾਅਦ ਜੌਬ ਕਰਕੇ ਆਪਣਾ ਉੱਥੇ ਵੀ ਆਪਣਾ ਬਿਜ਼ਨਸ ਬਾਰੇ ਮੇਰਾ ਧਿਆਨ ਰਿਹਾ ਕਿ ਮੈਂ ਆਪਣਾ ਬਿਜ਼ਨਸ ਕੁਝ ਇਸਟੈਬਲਿਸ਼ ਕਰਨਾ ਹੈ। ਜੇ ਮੇਰਾ ਬਹੁਤ ਸ਼ੌਂਕ ਹੁੰਦੇ ਸੀ ਇੰਟੀਰੀਅਰ ਡਿਜ਼ਾਈਨਿੰਗ, ਪ੍ਰੋਪਰਟੀ ਵਿੱਚ ਜਾਣਾ। ਫਿਰ ਮੈਂ ਆਪਣੀ ਪ੍ਰੋਪਰਟੀ ਸੈਕਟਰ ਹੀ ਫੜ ਲਿਆ। 2002 ਵਿੱਚ ਮੈਂ ਆਪਣਾ ਇੱਕ ਮਾਈਂਡ ਬਣਾ ਲਿਆ ਸੀ ਮੈਂ ਇਸ ਪਾਸੇ ਜਾਣਾ ਹੈਗਾ। ਕਰਦੇ ਮੈਂ ਆਪਣੇ ਆਪ ਨੂੰ 2005 ਵਿੱਚ ਪੂਰਾ ਇਸਟੈਬਲਿਸ਼ ਕਰ ਲਿੱਤਾ ਸੀਗਾ। ਨਾਲ ਮੈਂ ਆਪਣੀ ਪੜ੍ਹਾਈ ਵੀ ਕਰਦੀ ਰਹੀ ਹੈਗੀ ਹਾਂ, ਹੋਰ ਵੀ ਕਾਰੋਬਾਰ ਸ਼ੁਰੂ ਕੀਤੇ। ਇਵਨ ਚਲਦੇ ਉੱਥੇ ਮੈਂ ਕਾਫੀ ਲੋਕਾਂ ਨਾਲ ਮਿਲਦੀ ਸੀ UK ਵਿੱਚ, ਆਪਣੇ ਇੰਗਲੈਂਡ ਵਿੱਚ। ਤੇ ਉੱਥੇ ਮੈਨੂੰ ਇੱਕ ਲੱਗਿਆ ਡਿਮਾਂਡ ਸੀਗੀ ਜਿਵੇਂ ਉੱਥੇ ਓਲਡ ਪੀਪਲ ਦਾ ਧਿਆਨ ਨਹੀਂ ਰੱਖਦੇ ਹੈਗੇ। ਤਾਂ ਮੇਰੇ ਅੰਦਰ ਇੱਕ ਭਾਵਨਾ ਜਾਗੀ ਕਿ ਸਾਨੂੰ ਕੁਛ ਇਵੇਂ ਕਰਨਾ ਚਾਹੀਦਾ ਕਿ ਜਿਸ ਨਾਲ ਭਲਾਈ ਵੀ ਹੋਏ ਤੇ ਕਾਰੋਬਾਰ ਵੀ ਤੁਹਾਡਾ ਨਾਲ ਚੱਲੇ। ਫਿਰ ਮੈਂ ਆਪਣਾ ਉੱਥੇ ਹੋਮ ਕੇਅਰ ਦਾ ਕੰਮ ਸ਼ੁਰੂ ਕੀਤਾ ਸੀਗਾ UK ਵਿੱਚ 2007 ਵਿੱਚ। ਬਸ ਚਲਦੇ ਅੱਜ ਉਹਨੂੰ ਹੀ ਸਾਂਭ ਰਹੇ ਹੈਗੇ। ਬੜੀਆਂ ਅਸੀਸਾਂ ਮਿਲਦੀਆਂ, ਉਹ ਅਸੀਸਾਂ ਦੇ ਕਰਕੇ ਅੱਜ ਅਸੀਂ ਇੱਥੇ ਬੈਠੇ ਹੈਗੇ ਹਾਂ। ਬਹੁਤ ਸਪੋਰਟ ਹੈ ਮੇਰੇ ਹਸਬੈਂਡ ਦੀ ਬੜੀ ਸਪੋਰਟ ਹੈ। ਤੇ ਮੈਂ ਤਾਂ ਆਹੀ ਸਭ ਨੂੰ ਕਹਾਂਗੀ ਆਪਣੀ ਕੁੜੀਆਂ ਨੂੰ ਜੋ ਉਹਨਾਂ ਦੇ ਅਰਮਾਨ ਹੈਗੇ ਉਹ ਜ਼ਰੂਰ ਪੂਰੇ ਕਰਾਓ। ਕਿਉਂਕਿ ਦੇਖੋ ਤੁਸੀਂ ਕੁੜੀ ਨੂੰ ਛੋਟੀ ਉਮਰ 'ਚ ਸੋਚਦੇ ਵਿਆਹ ਕਰਾ ਕੇ ਸੈੱਟ ਕਰ ਦਿਓ, ਇਹ ਬੜੀ ਗਲਤ ਸੋਚ ਹੈਗੀ ਹੈ। ਜਦ ਤੱਕ ਤੁਸੀਂ ਉਹਨੂੰ ਪੜਾਓ ਲਿਖਾਓਗੇ ਨਹੀਂ, ਅੱਗੇ ਕੁਝ ਦਿਖਾਓਗੇ ਨਹੀਂ, ਉਹ ਕੀ ਕਰੇਗੀ। ਮਤਲਬ ਇਹ ਵੀ ਚੱਲਦਾ ਰਹੇਗਾ ਸੰਸਾਰ। ਬਾਹਰ ਦੀਆਂ ਲੇਡੀਜ਼ ਦੇਖ ਲਓ ਕਿੱਥੇ ਪਹੁੰਚੀਆਂ ਹੋਈਆਂ ਅੱਜ ਦੇ ਉੱਥੇ। ਆਪਣੀ ਇੰਡੀਅਨ ਲੇਡੀਜ਼ ਦਾ ਕੀ ਹੈਗਾ, ਚਲੋ ਵਿੱਚੋਂ ਜਿਹੜੀਆਂ ਤਾਂ ਥੋੜ੍ਹੀਆਂ ਹੈਗੀਆਂ ਐਕਟਿਵ ਜਾਂ ਜਿਹਨਾਂ ਨੂੰ ਸਪੋਰਟ ਹੈਗੀ ਉਹ ਅੱਗੇ ਵੱਧਦੀ ਜਾਂਦੀ ਹੈ। ਬਾਕੀਆਂ ਦਾ ਕੀ ਬਣਨਾ, ਹਾਊਸ ਵਾਈਫ। ਇੱਥੇ ਮੈਂ ਪਟਿਆਲੇ ਸ਼ਹਿਰ ਵਾਪਸ ਆਈ, ਆਪਣੇ ਸ਼ਹਿਰ, ਆਪਣਾ ਮੇਰੇ ਬੱਚੇ ਹੋਣ ਤੋਂ ਬਾਅਦ। ਤੇ ਇੱਥੇ ਮੈਂ ਦੇਖਿਆ ਲੇਡੀਜ਼ ਦੇ ਅੰਦਰ ਇੰਨੀਆਂ ਜ਼ਿਆਦਾ ਡਿਜ਼ਾਇਰ ਸੀਗੇ, ਉਹ ਇੰਨਾ ਕੁਛ ਕਰਨਾ ਚਾਹੁੰਦੀਆਂ ਸੀਗੀਆਂ ਪਰ ਰਸਤਾ ਹੀ ਨਹੀਂ ਪਤਾ ਉਹਨਾਂ ਨੂੰ ਕਰਨਾ। ਪਰ ਇਸ ਦੇ ਵਿੱਚ ਅਸੀਂ ਤੁਹਾਨੂੰ ਇੱਕ ਸਵਾਲ ਪੁੱਛਣਾ ਕਿ ਔਰਤ ਦਾ ਜਿਹੜਾ ਕਰੀਅਰ ਹੈ, ਜਿਹੜੇ ਸੁਪਨੇ ਨੇ ਉਹ ਵਿਆਹ ਤੋਂ ਬਾਅਦ ਖਤਮ ਹੋ ਜਾਂਦੇ। ਜਿੱਦਾਂ ਤੁਸੀਂ ਤਾਂ ਅੱਗੇ ਕੰਟੀਨਿਊ ਕਰ ਰਹੇ ਹੋ, ਕਈ ਔਰਤਾਂ ਦੇ ਜਿਹੜੇ ਸੁਪਨੇ ਨੇ ਉਹ ਅੰਦਰ ਦਬ ਕੇ ਰਹਿ ਜਾਂਦੇ ਕਿ ਸਾਡਾ ਵਿਆਹ ਹੋ ਗਿਆ, ਹੁਣ ਸਾਨੂੰ ਬਾਹਰ ਨਹੀਂ ਜਾਣ ਦੇਣਾ, ਹੁਣ ਸਾਨੂੰ ਕੰਮ ਨਹੀਂ ਕਰਨ ਦੇਣਾ। ਬਿਲਕੁਲ, ਮੈਂ ਕਈਆਂ ਨਾਲ ਇੰਟਰਵਿਊ ਕੀਤੀ ਡਾਇਰੈਕਟ 1 to 1 ਬੈਠ ਕੇ, ਤੇ ਵਿਚਾਰੀਆਂ ਕਈ ਤਾਂ ਰੋ ਹੀ ਪੈਂਦੀਆਂ ਸੀਗੀਆਂ।
ਕਿ ਹੁਣ ਜਿਵੇਂ ਖੁੱਲ੍ਹ ਕੇ ਨਹੀਂ ਗੱਲ ਕਰਦੇ, ਕਿਸੇ ਨਾਲ ਕਿਹਦੇ ਨਾਲ ਗੱਲ ਕਰਨ, ਆਪਣੇ ਮਨ ਦੀ ਗੱਲ ਕਰ ਹੀ ਨਹੀਂ ਸਕਦੇ ਸੀ ਅਸੀਂ। ਮੇਰਾ ਪਰਪਸ ਕੀ ਸੀਗਾ, ਹਰ ਇੱਕ ਨਾਲ ਬੈਠਣਾ, ਮੈਂ ਉਹਨਾਂ ਨੂੰ ਕੁਛ ਨਾ ਕੁਛ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੀ ਰਹਿੰਦੀ ਸੀਗੀ ਤਾਂ ਕਿ ਉਹਨਾਂ ਦੀ ਮੈਂ ਕੁਛ ਹੈਲਪ ਕਰ ਪਾਵਾਂ। ਤਾਂ ਉਹਨਾਂ ਨੇ ਕਈ ਤਾਂ ਕਹਿੰਦੇ ਕਿ ਸਾਡੇ ਕੋਲ ਇੰਨਾ ਕੁਛ ਹमें आता भी था, ਅਸੀਂ ਕਰ ਨਹੀਂ ਪਾਏ ਹੈਗੇ। ਬਸ ਇਸੇ ਕਰਕੇ ਛੋਟੀ ਉਮਰ 'ਚ ਵਿਆਹ ਹੋ ਗਿਆ, ਰਿਸਪੌਂਸਿਬਿਲਿਟੀਜ਼ ਹੋ ਗਈਆਂ ਇਸ ਤਰ੍ਹਾਂ ਦੀਆਂ, ਫਾਈਨੈਂਸ਼ਲੀ ਹਸਬੈਂਡ 'ਤੇ ਡਿਪੈਂਡ ਹੋ ਜਾਂਦੀਆਂ ਹੈਗੀਆਂ। ਜਿੱਥੇ ਫਾਈਨੈਂਸ਼ਲੀ ਜਿਹੜੀ ਲੇਡੀ ਡਿਪੈਂਡ ਹੀ ਹੋ ਗਈ ਹੈ, ਉਹਨੇ ਅੱਗੇ ਕੀ ਵਧਣਾ ਹੈਗਾ, ਕਿਉਂਕਿ ਉਹਨੇ ਆਪਣੇ ਹਸਬੈਂਡ ਦੇ ਹਿਸਾਬ ਨਾਲ ਚੱਲਣਾ ਹੈਗਾ, ਉਹਨੇ ਜਿੰਨਾ ਪੈਸਾ ਦੇਣਾ ਉਹੀ ਉਹਨੇ ਖਰਚਣਾ ਹੈ, ਫਿਰ ਉਹਦੇ ਕੀ ਸੁਪਨੇ ਰਹਿ ਜਾਣਗੇ। ਤੇ ਜਦ ਤੱਕ ਉਹ ਆਪਣੇ ਆਪ ਇੰਡੀਪੈਂਡੈਂਟ ਨਹੀਂ ਹੁੰਦੀ ਹਰ ਐਸਪੈਕਟ ਤੋਂ, ਸਪੈਸ਼ਲੀ ਫਾਈਨੈਂਸ਼ੀਅਲੀ, ਤਦ ਤੱਕ ਉਹ ਕੁਝ ਨਹੀਂ ਕਰ ਸਕਦੀ ਹੈਗੀ। ਸ਼ੈਲੀ, ਤੁਸੀਂ ਇਹਨੀ ਐਕਟੀਵਿਟੀਜ਼ ਕੀਤੀਆਂ ਨੇ, ਤੁਸੀਂ ਔਰਤਾਂ ਨੂੰ ਇਨਕਰੇਜ ਵੀ ਕਰਦੇ ਹੋ, ਬਾਹਰ ਜਾ ਕੇ ਹੋਰ ਐਕਟੀਵਿਟੀਜ਼ ਵੀ ਕਰਦੇ ਹੋ, ਇਹ ਸਭ ਚੀਜ਼ਾਂ ਕਿੱਦਾਂ ਬੈਲੈਂਸ ਕਰਦੇ ਹੋ? ਕਿਉਂਕਿ ਬਹੁਤ ਬਹੁਤ ਔਖਾ ਹੈ, ਕਿਸੇ ਟਾਸਕ ਤੋਂ ਘੱਟ ਨਹੀਂ ਹੈ, ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈਗਾ ਇਹ ਸਭ। ਇਹ ਹੈ ਤਾਂ ਬੜਾ ਮੁਸ਼ਕਿਲ ਕੰਮ, ਪਰ ਇੱਕ ਤਾਂ ਆਦਤ ਬਣ ਜਾਂਦੀ ਹੈ, ਜਨੂਨ ਹੁੰਦਾ ਨਾ ਜਿਸ ਚੀਜ਼ ਦਾ, ਜਦ ਤੁਹਾਨੂੰ ਲੱਗਦਾ ਕਿ ਤੁਸੀਂ ਕੁਝ ਕਰ ਰਹੇ ਹੋ, ਇਸ 'ਚੋਂ ਤੁਹਾਨੂੰ ਤੁਸੀਂ ਲੋਕਾਂ ਦੀ ਕੁਝ ਭਲਾਈ ਕਰ ਰਹੇ ਹੋ, ਤੁਹਾਨੂੰ ਆਪਣੇ ਵੀ ਅੰਦਰੋਂ ਇੱਕ ਸੈਲਫ ਸੈਟਿਸਫੈਕਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ, ਵਿਚ ਆਮ ਗੈਟਿੰਗ ਪਰਸਨਲੀ। ਉਹਦੇ ਨਾਲ ਨਾ ਇੱਕ ਪਰਸਨਲ ਸੈਟਿਸਫੈਕਸ਼ਨ ਨਾਲ ਤੁਹਾਨੂੰ ਲਾਈਫ ਵਿੱਚ ਮੋਟੀਵੇਸ਼ਨ ਵੀ ਮਿਲਦੀ ਰਹਿੰਦੀ ਹੈ। ਸੋ ਉਹ ਕਰਦੇ ਨਾ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਅਸੀਂ ਕੀ ਕਰ ਰਹੇ ਹੈਗੇ ਆ, ਤੇ ਕਰੀ ਜਾ ਰਹੇ ਹਾਂ, ਅੱਛਾ ਲੱਗਦਾ, ਲੋਕ ਜੁੜਦੇ ਹੈ, ਲੋਕਾਂ ਨਾਲ ਗੱਲਬਾਤ ਕਰਨਾ ਇੱਕ ਤਰ੍ਹਾਂ ਦਾ ਨਸ਼ਾ ਹੀ ਕਹਿ ਲਓ, ਉਹ ਬਣ ਜਾਂਦਾ ਹੈਗਾ। ਤੇ ਕਾਰੋਬਾਰ ਵੀ ਨਾਲ ਚੱਲਦਾ, ਤੁਸੀਂ ਬਸ ਇਹ ਹੁੰਦਾ ਕਿ ਸਾਨੂੰ ਲਾਈਫ ਵਿੱਚ ਹਰ ਚੀਜ਼ ਨੂੰ ਬੈਲੈਂਸ ਕਰਕੇ ਚੱਲੋ। ਫੈਮਿਲੀ ਵੀ ਤੁਹਾਡੀ ਪ੍ਰਾਇੋਰਟੀ, ਤੁਹਾਡੀ ਫੈਮਿਲੀ ਹੋਣੀ ਚਾਹੀਦੀ, ਤੁਸੀਂ ਫੈਮਿਲੀ ਨੂੰ ਵੀ ਕਰੋ। ਸੈਕਿੰਡ ਤੁਹਾਡੀ ਪ੍ਰਾਇੋਰਟੀ ਤੁਹਾਡੀ ਆਪਣੀ ਬਿਜ਼ਨਸ, ਆਪਣੇ ਕਾਰੋਬਾਰ ਨੂੰ ਧਿਆਨ ਦਿਓ, ਤੇ ਆਪਣਾ ਫਾਈਨੈਂਸ਼ੀਅਲੀ ਸਟਰੋਂਗ ਹੈਗੇ, ਬਾਕੀ ਚੀਜ਼ਾਂ ਆਪਣੇ ਆਪ ਨਾਲ ਚੱਲਦੀਆਂ ਰਹਿੰਦੀਆਂ ਹੈਗੀਆਂ। ਕਿ ਔਰਤ ਨੂੰ ਅੱਜ ਵੀ ਪੈਰ ਦੀ ਜੁੱਤੀ ਸਮਝਿਆ ਜਾਂਦਾ ਕਿ ਉਹਦੀ ਜਿਹੜੀ ਜ਼ਿੰਦਗੀ ਹੈ ਸਿਰਫ ਰੋਟੀ ਪਕਾਉਣ ਤੱਕ ਹੀ ਹੈ, ਉਹ ਘਰੇ ਬੈਠੇ ਕੰਮ ਕਰੇ, ਪਤੀ ਜਦੋਂ ਥੱਕ ਹਾਰ ਕੇ ਘਰ ਆਵੇ ਉਹਦੀ ਰੋਟੀ ਬਣਾਵੇ। ਇਹ ਸੋਚ ਹਾਲੇ ਵੀ ਲੋਕਾਂ 'ਚ ਕਿਉਂ ਇੱਦਾਂ? ਸੋਸਾਇਟੀ ਜਿਹੜੀ ਸਮਾਜ ਹੈ ਹਾਲੇ ਵੀ ਸੋਚਦਾ ਕਿ ਕੁੜੀ ਦੀ ਉਮਰ ਇੰਨੀ ਹੋ ਗਈ, ਜੇ 15-16 ਸਾਲ ਨੂੰ ਵੀ ਇਹ ਕਹਿੰਦੇ ਨੇ ਕਿ ਬਹੁਤ ਉਮਰ ਹੋ ਗਈ ਵੀ ਵਿਆਹ ਕਰ ਦਿਓ, ਪਰ ਕੁੜੀ ਨੂੰ ਨਹੀਂ ਸਮਝ ਨਹੀਂ ਹੁੰਦੀ ਕਿ ਇਹ ਸੋਚ ਨੂੰ ਬਦਲਣ ਦੀ ਲੋੜ ਹੈਗੀ। ਅੱਜ ਵੀ ਸੋਚ ਕਿਉਂ ਆ? ਉਹਦੇ ਪਿੱਛੇ ਕੀ ਕਾਰਨ ਹੈਗਾ? ਇਹ ਸੋਚ ਦੇਖੋ, ਇਹ ਸੋਚ ਉਹੀ ਹੈਗੀ ਹੈ, ਜ਼ਿਆਦਾ ਐਕਸਪੋਜ਼ਰ ਨਾ ਹੋਣਾ। ਤੁਸੀਂ ਜੋ ਉਹੀ ਸਰਕਲ, ਉਹੀ ਸੋਸਾਇਟੀ 'ਚ ਘੁੰਮੀ ਜਾਓਗੇ ਜਿੱਥੇ ਲੋਕਾਂ ਦੀ ਸੋਚ ਹੀ ਬੜੀ ਲਿਮਿਟਿਡ ਹੈਗੀ, ਤੁਸੀਂ ਅੱਗੇ ਸੋਚਣਾ ਹੀ ਨਹੀਂ ਹੈਗਾ, ਤਾਂ ਤੁਸੀਂ ਉੱਥੇ ਹੀ ਖੜੇ ਰਹੋਗੇ। ਮੈਂ ਅਸਲ ਇੱਥੇ ਇਹੀ ਤਾਂ ਹਾਲ ਹੈਗਾ ਲੋਕਾਂ ਦੇ, ਛੋਟੀ ਉਮਰ 'ਚ ਕੁੜੀਆਂ ਦੇ ਵਿਆਹ ਹੋ ਜਾਂਦੇ ਆ, ਨਾ ਅੱਗੇ ਦਾ ਪਤਾ ਹੈ ਕਰਨਾ ਕੀ ਹੈ, ਰਸਤੇ ਹੀ ਨਹੀਂ ਪਤਾ ਹੈਗੇ ਕਿ ਜਦ ਤੁਸੀਂ ਕਿਸੇ ਨੂੰ ਰਸਤਾ ਹੀ ਨਹੀਂ ਦਿਖਾਓਗੇ, ਉਹਨਾਂ ਨੂੰ ਪਤਾ ਹੀ ਨਹੀਂ ਹੋਏਗਾ ਅਗਲਾ ਜਾਏਗਾ ਕਿਵੇਂ। ਤੇ ਸਾਡਾ ਪਰਪਸ, ਮੇਰਾ ਹੁਣ ਜਿਵੇਂ ਅਸੀਂ ਕਲੱਬ ਵੀ ਸ਼ੁਰੂ ਕੀਤਾ, ਇਹਦਾ ਮਕਸਦ ਇਹ ਹੈ ਲੋਕਾਂ ਨੂੰ ਰਸਤੇ ਦਿਖਾਣੇ। ਬਾਕੀ ਕੋਈ ਜਾਏ ਨਾ ਜਾਏ ਬਿਲਕੁਲ ਉਹਨਾਂ 'ਤੇ ਡਿਪੈਂਡ ਕਰਦਾ ਹੈਗਾ। ਪਰ ਦੇਖੋ ਨਾ, ਅਸੀਂ ਕਿਸੇ ਨੂੰ ਜਦ ਤੱਕ ਕੋਈ ਚੀਜ਼ ਸਮਝਾਵਾਂਗੇ ਨਹੀਂ, ਦੱਸਾਂਗੇ ਨਹੀਂ, ਹਰ ਇੱਕ ਦੇ ਮਨ ਦੇ ਖਾਬ ਹੁੰਦੇ ਆ, ਹਰ ਇੱਕ ਕੁੜੀ ਚਾਹੁੰਦੀ ਹੈ ਮੈਂ ਇਹ ਹੋਵਾਂ ਉਹ ਹੋਵਾਂ, ਪਰ ਕਈਆਂ 'ਚ ਐਕਚੁਅਲੀ ਹਿੰਮਤ ਵੀ ਹੁੰਦੀ ਹੈ ਕਰਨ ਦੀ, ਪਰ ਉਹ ਕਰ ਨਹੀਂ ਪਾਉਂਦੀਆਂ ਹੈਗੀਆਂ। ਸੋ ਇਸ ਕਰਕੇ ਮੈਂ ਇਹ ਚਾਹੁੰਦੀ ਹਾਂ ਕਿ ਲੋਕਾਂ ਆਪਣੀ ਸੋਚ ਨੂੰ ਬਦਲਣੀ ਚਾਹੀਦੀ ਹੈ। ਜਿਹੜਾ ਅੱਜ ਦਾ ਯੂਥ ਹੈ ਉਹਦੇ ਜ਼ਿਹਨ 'ਚ ਇੱਕ ਚੀਜ਼ ਵਸੀ ਹੋਈ ਹੈ, ਇੱਕ ਸ਼ਬਦ ਵਸਿਆ ਹੋਇਆ ਕਿ ਸ਼ਾਰਟਕਟ ਸਕਸੈਸ, ਜੋ ਕਿ ਬਹੁਤ ਨੁਕਸਾਨਦਾਇਕ ਹੈ, ਹਾਰਮਫੁਲ ਹੈ। ਇਹਦੇ ਬਾਰੇ ਕੀ ਵਿਚਾਰ ਨੇ ਕਿ ਸ਼ਾਰਟਕਟ ਸਕਸੈਸ ਜਿਹੜੀ ਹੈਗੀ ਆ ਉਹ ਇੰਨੀ ਈਜ਼ੀਲੀ ਨਹੀਂ ਮਿਲਦੀ, ਉਹਦੇ ਪਿੱਛੇ ਬਹੁਤ ਨੁਕਸਾਨ ਸਹਿਣੇ ਪੈਂਦੇ ਨੇ। ਜੇਕਰ ਕੋਈ ਹੌਲੀ ਹੌਲੀ ਕੰਮ ਕਰੇਗਾ ਸਟੈਪ ਬਾਈ ਸਟੈਪ ਤਾਂ ਉਹਨੂੰ ਪ੍ਰੋਫਿਟ ਹੋਏਗਾ, ਇਸ ਚੀਜ਼ 'ਚ ਬਹੁਤ ਨੁਕਸਾਨ ਹੁੰਦਾ ਹੈ। ਨੋ, ਆਈ ਡੋਂਟ ਬਿਲੀਵ ਇਨ ਸ਼ਾਰਟਕਟ। ਦੇਖੋ, ਕਿਸੇ ਚੀਜ਼ ਦਾ ਸ਼ਾਰਟਕਟ ਨਹੀਂ, ਸ਼ਾਰਟਕਟ ਇਜ਼ ਟੈਂਪਰੇਰੀ ਫੇਸ। ਤੇ ਹਰ ਇੱਕ ਚੀਜ਼ ਨੂੰ ਦੇਖੋ, ਤੁਸੀਂ ਟਾਈਮ ਨਾਲ ਉਸ ਹਿਸਾਬ ਨਾਲ ਚੱਲੋ, ਆਪਣੇ ਮਨ ਨਾਲ ਹਰ ਚੀਜ਼ਾਂ ਕਰੋ, ਕੋਈ ਸ਼ਾਰਟਕਟ ਨਾ ਅਪਣਾਓ। ਤੁਸੀਂ ਬਸ ਇੱਕ ਪੈਸ਼ਨ ਬਣਾ ਲਓ, ਇੱਕ ਤੁਹਾਡੇ ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਅੱਗੇ ਸਕਸੈਸ ਕੀ ਹੈ ਤੁਹਾਡੇ ਲਈ, ਤੁਸੀਂ ਸਕਸੈਸ ਕਿਸ ਚੀਜ਼ ਨੂੰ ਮੰਨਦੇ ਹੈਗੇ ਹੋ। ਤੁਸੀਂ ਉਹਨੂੰ ਇੱਕ ਟਾਰਗੇਟ ਬਣਾ ਲਓ ਲਾਈਫ ਵਿੱਚ, ਮੈਂ ਇਹ ਕਰਨਾ ਹੈਗਾ, ਉਹਨੂੰ ਆਪੇ ਹੌਲੀ ਹੌਲੀ ਹਾਸਲ ਕਰੀ ਜਾਓ। ਸ਼ਾਰਟਕਟ ਕਰਕੇ ਲੋਕ ਗਲਤ ਰਸਤੇ ਜਾਣਗੇ, ਗਲਤ ਰਸਤੇ ਦਾ ਐਂਡ ਵੀ ਦੇਖੋ ਗਲਤ ਹੀ ਹੋਣਾ ਹੈਗਾ। ਸੋ ਬੈਟਰ ਬੀ ਸਲੋ ਐਂਡ ਸਟੈਡੀ, ਵਿਨ ਦ ਰੇਸ। ਹੌਲੀ ਹੌਲੀ ਚਲੋ, ਜ਼ਿੰਦਗੀ 'ਚ ਆਪੇ ਤੁਹਾਨੂੰ ਚੀਜ਼ਾਂ ਹਾਸਿਲ ਹੁੰਦੀਆਂ ਰਹਿਣਗੀਆਂ। ਤੁਸੀਂ ਇਹਨਾਂ ਐਕਟੀਵਿਟੀਜ਼ ਕਰਦੇ ਹੋ, ਸੈਟਿਸਫੈਕਸ਼ਨ ਕਿਹੜੀ ਚੀਜ਼ 'ਚ ਮਿਲਦੀ ਹੈ? ਵੈਸੇ ਬੰਦਾ ਸੈਟਿਸਫਾਈ ਤਾਂ ਕਦੇ ਵੀ ਨਹੀਂ ਹੁੰਦਾ, ਕੋਈ ਵੀ ਫੀਲ ਉਹਨੂੰ ਇਹ ਭੁੱਖ ਹੁੰਦੀ ਹੈ ਕਿ ਮੈਂ ਹੋਰ ਖੁਦ ਨੂੰ ਪੋਲਿਸ਼ ਕਰਾਂ, ਪ੍ਰੂਫ ਕਰਾਂ। ਦੇਖੋ, ਆਪਣਾ ਸੈਟਿਸਫੈਕਸ਼ਨ ਹੁੰਦੀ ਜਦ ਅਗਲਾ ਤੁਹਾਡੇ ਕੋਲ ਜਿਹੜਾ ਬੈਠਾ ਉਹ ਤੁਹਾਨੂੰ ਆ ਕੇ ਕਹਿੰਦਾ ਹੈ, ਪੋਜ਼ਿਟਿਵਿਟੀ ਤੁਹਾਨੂੰ ਦਿੰਦਾ ਕਿ ਜੀ ਮੈਂ ਤੁਹਾਡੇ ਕਰਕੇ ਮੈਂ ਇੱਥੇ ਅੱਜ, ਹੈ ਨਾ, ਇਹੀ ਤੁਹਾਡੇ ਲਈ ਸਭ ਤੋਂ ਵੱਡੀ ਅਚੀਵਮੈਂਟ ਹੈਗੀ ਹੈ, ਇਹਨੂੰ ਹੀ ਮੈਂ ਸਕਸੈਸ ਕਹਾਂਗੀ। ਕਿਉਂਕਿ ਤੁਹਾਨੂੰ ਕੋਈ ਨੈਗੇਟਿਵ ਨਹੀਂ ਕਹਿ ਰਿਹਾ ਹੈਗਾ। ਦੇਖੋ, ਲੋਕਾਂ ਦੇ ਤੁਸੀਂ ਇਹ ਸਮਝੋ ਕਿ ਸਾਰਿਆਂ ਨੇ ਤੁਹਾਨੂੰ ਵਧੀਆ ਨਹੀਂ ਕਹਿਣਾ ਹੈਗਾ, ਤੁਸੀਂ ਇਹੀ ਸੋਚ ਕੇ ਚੱਲੋ। ਮੈਂ ਤਾਂ ਕਦੀ ਕਿਸੇ ਨੂੰ ਕਹਿੰਦੇ ਮੈਨੂੰ ਕੋਈ ਵਧੀਆ ਕਹੀ ਨਾ, ਪਰ ਜਿਹੜੇ ਤੁਹਾਡੇ ਬਿਲਕੁਲ ਟਰੂ ਤੁਹਾਡੇ ਵੈਲ ਵਿਸ਼ਰ ਹੋਣਗੇ, ਜਿਹਨਾਂ ਨੇ ਐਕਚੁਅਲੀ ਤੁਹਾਡੇ ਨਾਲ ਰਹਿ ਕੇ ਕੁਝ ਮਿਲਿਆ, ਸਿੱਖਿਆ, ਉਹ ਤੁਹਾਨੂੰ ਜ਼ਰੂਰ ਆ ਕੇ ਕਹਿਣਗੇ ਸਾਨੂੰ ਇਸ ਤੋਂ ਫਾਇਦਾ ਹੋਇਆ, ਉਹੀ ਤੁਹਾਡਾ ਸਕਸੈਸ ਹੈ।
ਅੱਛਾ ਸ਼ੈਲੀ, ਜਦੋਂ ਤੁਸੀਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਉਦੋਂ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ? ਕਿਉਂਕਿ ਆਪਾਂ ਨਵੇਂ ਫੀਲਡ 'ਚ ਆਏ ਹੁੰਦੇ ਹਾਂ, ਨਵਾਂ ਜਿਹੜਾ ਕਦਮ ਰੱਖਿਆ ਹੁੰਦਾ ਉਸ ਫੀਲਡ ਵਿੱਚ ਬਹੁਤ ਸਾਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚੰਗੇ ਲੋਕ ਵੀ ਮਿਲਦੇ ਨੇ, ਬੁਰੇ ਲੋਕ ਵੀ ਮਿਲਦੇ ਨੇ। ਮੇਰਾ ਜਿਵੇਂ ਮੇਰੀ ਜਰਨੀ ਜਿਵੇਂ ਬਾਹਰ ਹੀ ਰਹੀ ਹੈਗੀ ਇੰਗਲੈਂਡ ਵਿੱਚ, ਉੱਥੇ ਲਾਈਫ ਬਹੁਤ ਟਰਾਂਸਪੇਰੈਂਟ, ਬਹੁਤ ਕਲੀਨ ਲਾਈਫ ਹੈਗੀ। ਉੱਥੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀਗਾ ਕਿ ਇੰਡੀਆ ਵਾਂਗੂ ਸਿਸਟਮ ਨਹੀਂ ਸੀਗਾ। ਆਈ ਹੋਪ ਇੰਡੀਆ ਵੀ ਕਿਸੇ ਦਿਨ ਬਦਲ ਜਾਏ, ਪਰ ਉੱਥੇ ਓਪਰਚੁਨਿਟੀਜ਼ ਬਹੁਤ ਸੀਗੀਆਂ ਮੇਰੇ ਕੋਲ। ਮੇਨ ਸੀਗਾ ਕਿ ਉੱਥੇ ਤੁਹਾਨੂੰ ਫਾਈਨੈਂਸ਼ਲੀ ਆਪਣੇ ਆਪ ਨੂੰ ਸਟਰੋਂਗ ਕਰਨਾ ਸੀ। ਫਾਈਨੈਂਸ਼ਲੀ ਤੁਹਾਨੂੰ ਉੱਥੇ ਤੁਸੀਂ ਆਪਣੀ ਮਿਹਨਤ ਕਰ ਰਹੇ ਹੋ, ਤੁਸੀਂ ਜਿੰਨਾ ਮਰਜ਼ੀ ਕਮਾ ਸਕਦੇ ਹੈਗੇ ਹੋ। ਤੇ ਉੱਥੇ ਇਸ ਤਰ੍ਹਾਂ ਦਾ ਕੋਈ ਸਟਰਗਲ ਨਹੀਂ ਹੈ। ਸਟਰਗਲ ਮੈਨੂੰ ਥੋੜੀ ਇਹ ਮਿਲੀ ਕਿ ਫੈਮਿਲੀ ਤੋਂ ਥੋੜਾ ਦੂਰ ਸੀਗੇ, ਉਹਨਾਂ ਨੂੰ ਮਿਸ ਕਰਦੇ ਸੀਗੇ ਤੇ ਆਪਣਾ, ਪਰ ਉਹ ਵੀ ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਅੱਗੇ ਵੱਧਦੇ ਰਹੇ, ਉਹ ਵੀ ਸਾਰਾ ਕੁਝ ਸੈਟ, ਮੰਮਾ ਪਾਪਾ ਵੀ ਸਾਰੇ ਉਹ ਵੀ ਆ ਗਏ, ਠੀਕ ਬਣ ਗਿਆ ਸਿਸਟਮ, ਇੱਕ ਬਣ ਗਿਆ। ਇੱਕ ਇਨੀਸ਼ੀਅਲ ਫੇਜ਼ ਜ਼ਰੂਰ ਟਫ ਹੁੰਦਾ ਹੈਗਾ ਤੁਹਾਡੇ ਵਾਸਤੇ, ਕੋਈ ਨਵੀਂ ਜਗ੍ਹਾ ਤੇ ਜਾਣਾ, ਕਿਤੇ ਵੀ ਕੋਈ ਨਵੀਂ ਚੀਜ਼ ਸ਼ੁਰੂ ਕਰੋ, ਟਫ ਹੁੰਦੀ ਹੈ। ਅੱਜ ਜਿਹੜੀ ਔਰਤਾਂ ਨੇ ਜ਼ਿਆਦਾ ਆਪਣਾ ਫੋਕਸ ਸੋਸ਼ਲ ਮੀਡੀਆ 'ਤੇ ਲਗਾਇਆ ਹੈ ਕਿ ਟਿਕਟੌਕ ਤੇ ਵੀਡੀਓਜ਼ ਪਾਤੀਆਂ, ਇੰਸਟਾਗ੍ਰਾਮ ਤੇ ਪਾਤੀਆਂ, ਇਹ ਚੀਜ਼ ਬਾਰੇ ਕੀ ਕਹਿਣਾ ਚਾਹੋਗੇ? ਇਹ ਚੀਜ਼ ਗਲਤ ਹੈ ਜਾਂ ਕਿਤੇ ਨਾ ਕਿਤੇ ਸਹੀ ਵੀ ਹੈ? ਮੈਂ ਚਾਹੁੰਦੀ ਇਹਨੂੰ ਸਿਰਫ ਹੌਬੀ ਲੈ ਕੇ ਚੱਲੋ, ਇਹਨੂੰ ਕੋਈ ਪ੍ਰੋਫੈਸ਼ਨ ਨਾ ਬਣਾਓ। ਤੁਹਾਨੂੰ ਬਿਲਕੁਲ ਆਪਣਾ ਫੋਕਸ ਕਰੋ ਆਪਣੇ ਕੰਮ ਤੇ। ਜੇ ਤੁਹਾਡੇ 'ਚ ਕੋਈ ਪੈਸ਼ਨ, ਸਿਰਫ ਉਹਨੂੰ ਫੋਲੋ ਕਰੋ। ਇਹ ਟਿਕਟੌਕ ਬਣਾ ਲਿਆ, ਸਾਰਾ ਦਿਨ YouTube ਤੇ ਬੈਠੇ ਰਹੇ, ਇਹ ਚੀਜ਼ਾਂ ਠੀਕ ਹੈ, ਟੈਂਪਰੇਰੀ ਚਲੋ ਚੱਲੀ ਜਾਣ ਦਿਓ, ਨਾਲ ਸਾਈਡ ਬਾਏ ਸਾਈਡ ਕਰੋ, ਪਰ ਇਹਨੂੰ ਫੁੱਲ ਟਾਈਮ ਜੌਬ ਨਾ ਆਪਣੀ ਬਣਾਓ। ਬਿਕੋਜ਼ ਤੁਹਾਨੂੰ ਆਪਣੀ ਲਾਈਫ ਵਿੱਚ ਫਾਈਨੈਂਸ਼ੀਅਲ ਸਟੇਬਿਲਿਟੀ ਲੈ ਕੇ ਆਉਣੀ ਬੜੀ ਜ਼ਰੂਰੀ ਹੁੰਦੀ ਹੈ। ਸ਼ੈਲੀ, ਹਰ ਫੀਲਡ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਤੁਸੀਂ ਜਿਸ ਫੀਲਡ ਵਿੱਚ ਹੈਗੇ ਹੋ 16 ਸਾਲ ਤੋਂ, ਉਸਨੇ ਤੁਹਾਨੂੰ ਕੀ ਸਿਖਾਇਆ ਜ਼ਿੰਦਗੀ ਵਿੱਚ? ਮੈਂ ਤਾਂ ਇਹੀ ਸਿੱਖਿਆ ਗਿਆ, ਕਦੀ ਡਰਨਾ ਨਹੀਂ ਚਾਹੀਦਾ ਤੇ ਲੋਕਾਂ ਦੀ ਨਹੀਂ ਸੁਣਨੀ ਚਾਹੀਦੀ। ਪਹਿਲੀ ਗੱਲ, ਮੈਂ ਅੱਜ ਤੱਕ ਲੋਕਾਂ ਦੀ ਨਹੀਂ ਸੁਣੀ ਹੈ। ਕਿ ਮੈਨੂੰ ਲੋਕ ਕਹਿੰਦੇ ਪਤਾ ਹੈ ਐਸੇ ਲੋਕ ਬੋਲਤੇ हैं, मैं कहा अच्छा मुझे तो पता नहीं, मेरे ना काम नहीं चल रहे। सो ਮੈਂ ਕਦੀ ਅੱਜ ਤੱਕ ਲੋਕਾਂ ਦੀ ਨਾ ਮੈਂ ਗੱਲ ਸੁਣੀ ਹੈਗੀ, ਨਾ ਮੈਨੂੰ ਕੋਈ ਅਸਰ ਹੁੰਦਾ ਹੈਗਾ। ਜੋ ਮਰਜ਼ੀ ਬੋਲਦਾ, ਮੇਰੇ ਇੱਕ ਕੰਨ ਤੋਂ ਦੂਜੇ ਚੋਂ ਬਾਹਰ ਨਿਕਲਦਾ 1 ਮਿੰਟ ਦੇ ਵਿੱਚ। ਸੋ ਆਈ ਜਸਟ ਫੋਲੋਡ what my heart said to me. I followed what my desires were. I just followed them throughout. ਮੇਰੇ 'ਚ ਅੰਦਰ ਕੁਛ ਇਸ ਤਰ੍ਹਾਂ ਦਾ ਆਇਆ ਹੀ ਨਹੀਂ ਹੈਗਾ। ਸੋ ਮੈਂ ਆਪਣੀ ਲਾਈਫ ਨੂੰ ਮੇਰਾ ਬਿਲਕੁਲ ਫੋਕਸ ਆ, ਉਸ ਪ੍ਰੀਟੀ ਫੋਕਸ ਕਿ ਮੈਂ ਇਹੀ ਕਰਨਾ, ਔਰ ਉਹੀ ਮੈਂ ਕਰ ਰਹੀ ਹੈਗੀ। ਤੇ ਵਿਮਨ ਵਾਇਲੈਂਸ ਬਾਰੇ ਕੀ ਕਹਿਣਾ ਚਾਹੋਗੇ? ਔਰਤਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਹਸਬੈਂਡ ਕੁੱਟਦਾ ਆ ਕੇ, ਉਹ ਆਪਣੀ ਇੱਛਾਵਾਂ ਰੱਖਦੇ ਨੇ ਅੱਗੇ, ਅਸੀਂ ਇਹ ਕੰਮ ਕਰਨਾ, ਅਸੀਂ ਇਹ ਫੀਲਡ 'ਚ ਆਉਣਾ, ਪਰ ਕੁੱਟਮਾਰ ਨਾਲ ਉਹਦਾ ਜਿਹੜਾ ਸੋਲੂਸ਼ਨ ਹੈ ਉਹ ਕੁੱਟਮਾਰ ਹੀ ਹੈ। ਇਹ ਦੇਖੋ ਗਲਤ ਹੈ। ਇਹ ਮੈਂ ਕਹਾਂਗੀ ਲੇਡੀ ਆਪ ਹੀ ਰਿਸਪੌਂਸਿਬਲ ਹੈਗੀ ਹੈ। ਕੁਛ ਹੱਦ ਤੱਕ ਉਹਦੇ ਪੇਰੈਂਟਸ ਰਿਸਪੌਂਸਿਬਲ ਹੈਗੇ, ਕੁਛ ਹੱਦ ਤੱਕ ਉਹ ਆਪ ਰਿਸਪੌਂਸਿਬਲ ਹੈਗੀ। ਪੇਰੈਂਟਸ ਇਸ ਕਰਕੇ ਰਿਸਪੌਂਸਿਬਲ ਹੈ ਕਿ ਕੁੜੀ ਨੂੰ ਆਪਣੇ ਪੜ੍ਹਾਉਂਦੇ ਲਿਖਾਉਂਦੇ ਨੇ, ਛੋਟੀ ਉਮਰ ਵਿੱਚ ਹੀ ਉਹਨੂੰ ਵਿਆਹ ਦਿੰਦੇ ਹੈਗੇ। ਦੂਜਾ, ਜੇ ਲੜਕੀ ਨਾਲ ਕੁਝ ਗਲਤ ਹੋ ਰਿਹਾ, ਉਹ ਬੋਲਦੀ ਨਹੀਂ ਹੈਗੀ ਡਰਦੇ ਮਾਰੇ ਕਿ ਇਹ ਹੋਏਗਾ। ਦੇਖੋ ਸਾਨੂੰ ਡਰਨਾ ਨਹੀਂ ਚਾਹੀਦਾ ਹੈਗਾ ਕਿਸ ਤੁਸੀਂ ਕਿਹੜਾ ਗਲਤ ਕਰ ਰਹੇ ਹੈਗੇ ਤਾਂ ਤੁਸੀਂ ਡਰੋਗੇ, ਘਰ ਦੀ ਇੱਜ਼ਤ 'ਤੇ ਫਰਕ ਪਏਗਾ। ਜਿਹੜਾ ਕਰ ਰਿਹਾ ਉਹਨੂੰ ਨਹੀਂ ਆਪਣੀ ਇੱਜ਼ਤ ਦਾ ਖਿਆਲ ਹੈਗਾ। ਸੋ ਮੈਂ ਇਹ ਚਾਹੁੰਦੀ ਕਿ ਤੁਹਾਨੂੰ ਡਰਨਾ ਨਹੀਂ ਚਾਹੀਦਾ ਹੈਗਾ। ਅੱਗੇ ਆਓ, ਤੁਸੀਂ ਡਰੋਗੇ, ਹੋਰ ਡਰਨਗੇ, ਫਿਰ ਕੌਣ ਅੱਗੇ ਆਏਗਾ? ਇੱਕ ਅੱਧ ਸਮਾਜ ਚੇਂਜ ਹੋਏਗਾ। ਸੋ ਸਭ ਨੂੰ ਆਪਣੇ ਆਪ ਨੂੰ ਇੱਕ ਕੀ ਆਉਂਦੀਆਂ ਹੈਗੇ ਲੇਡੀਜ਼ ਨੇ ਕਿ ਤੁਸੀਂ ਅੱਗੇ ਬੋਲੋ। ਅੱਜ ਜਿਵੇਂ ਸਾਡਾ ਅੱਜ ਕੈਂਸਰ ਅਵੇਅਰਨੈਸ ਪ੍ਰੋਗਰਾਮ ਸੀਗਾ, ਕਿੰਨੇ ਲੋਕ ਮੈਂ ਜਾਣਦੇ ਜਿਹੜੇ ਕੈਂਸਰ ਸਰਵਾਈਵਰ, ਸਿਰਫ ਅੱਗੇ ਨਹੀਂ ਆਉਣਾ ਚਾਹੁੰਦੇ, ਸਾਨੂੰ ਸ਼ਰਮ ਆਤੀ ਹੈ, ਹਮ ਆਪਣੇ ਬਾਰੇ में नहीं बताना चाहते। ਤਾਂ ਮੈਨੂੰ ਹੁੰਦਾ ਇਸ ਸ਼ਰਮ ਦੀ ਕੀ ਗੱਲ ਹੈਗੀ ਹੈ? ਜੇ ਕੋਈ ਤੁਹਾਡੇ 'ਚ ਪ੍ਰੋਬਲਮ ਹੈਗੀ ਹੈ, ਬੀ ਓਪਨ, ਤੁਹਾਨੂੰ 10 ਲੋਕ ਸਲਾਹ ਹੀ ਦੇਣਗੇ, ਬਾਕੀ ਤੁਹਾਡੀ ਮਰਜ਼ੀ, ਤੁਸੀਂ ਉਸ 'ਚ ਕਿਹੜੀ ਸਲਾਹ ਲੈ ਕੇ ਚੱਲਣੀ ਹੈਗੀ ਹੈ। ਕੋਈ ਸ਼ਰਮ ਦੀ ਤਾਂ ਕੋਈ ਨਥਿੰਗ ਟੂ ਬੀ ਸ਼ਾਈ ਅਬਾਊਟ। ਸਾਨੂੰ ਸਾਡੀ ਕੁੜੀਆਂ ਨੂੰ ਇਹ ਸਿਖਾਇਆ ਜਾਂਦਾ, ਅੱਛਾ ਘਰ ਦੀ ਗੱਲ ਬਾਤ ਨਹੀਂ ਕਰਨੀ ਹੈਗੀ, ਘਰ ਦੀ ਇੱਜ਼ਤ ਹੋਏਗੀ, ਘਰ ਦੀ ਇੱਜ਼ਤ ਨੂੰ ਇੱਜ਼ਤ ਰੱਖ। ਠੀਕ ਹੈ, ਤੁਸੀਂ ਜੇ ਬੰਦਾ ਤੁਹਾਨੂੰ ਕੁੱਟਮਾਰ ਕਰ ਰਿਹਾ, ਫਿਰ ਕਾਹਦੀ ਇੱਜ਼ਤ? ਉਹ ਤੁਹਾਡੀ ਧੀ ਦੀ ਇੱਜ਼ਤ ਰੱਖ ਰਿਹਾ, ਤੁਸੀਂ ਉਹਦੀ ਇੱਜ਼ਤ ਰੱਖਣ ਦੀ ਕੋਸ਼ਿਸ਼ ਕਰ ਰਹੇ। ਸੋ ਯੂ ਮਸਟ ਸਪੀਕ ਅਪ। ਮੈਂ ਸਭ ਨੂੰ ਇਹ ਮੈਸੇਜ ਦਾਂਗੀ, ਤੁਹਾਡੇ ਨਾਲ ਕੋਈ ਜਾਤੀ ਹੋ ਰਹੀ ਹੈ, ਕੋਈ ਡੋਮੈਸਟਿਕ ਵਾਇਲੈਂਸ ਹੈ, ਐਨੀਥਿੰਗ, ਯੂ ਮਸਟ ਸਪੀਕ ਅਪ। ਹੁਣ ਤਾਂ ਕਿੰਨੀਆਂ NGOs ਹੈਗੀਆਂ ਜਿਹੜਾ ਤੁਹਾਡੇ ਨਾਲ ਸਹਿਯੋਗ ਦਿੰਦੀਆਂ, ਤੁਹਾਨੂੰ ਸਪੋਰਟ ਕਰਦੀਆਂ ਹੈਗੀਆਂ, ਤਾਂ ਯੂ ਮਸਟ ਕਮ ਫੋਰਵਰਡ। ਸ਼ੈਲੀ, ਜਿੱਦਾਂ ਤੁਹਾਨੂੰ 16 ਸਾਲ ਦੇ ਹੋ ਗਏ ਇਸ ਫੀਲਡ ਵਿੱਚ, 16 ਸਾਲ ਦੇ ਕਰੀਗ੍ਰਾਫ ਵਿੱਚ ਬੀਇੰਗ ਐਨ ਬਿਜ਼ਨਸ ਵੂਮਨ, ਤੁਸੀਂ ਕੀ ਬਦਲਾਵ ਦੇਖਿਆ ਤੇ ਹੋਰ ਕੀ ਬਦਲਾਵ ਦੀ ਲੋੜ ਹੋ ਸਕਦੀ ਹੈ? ਉਸ ਟਾਈਮ ਇੰਨਾ ਲੇਡੀਜ਼ ਦਾ ਟ੍ਰੈਂਡ ਨਹੀਂ ਹੁੰਦਾ ਸੀ ਬਿਜ਼ਨਸ ਵਿੱਚ। ਜਿਵੇਂ ਮੈਂ ਰੀਅਲ estate ਤਾਂ ਬਹੁਤ ਘੱਟ ਲੇਡੀਜ਼ ਦੀਆਂ ਜਿਹੜੀਆਂ ਅੱਗੇ ਆਉਂਦੀਆਂ ਹੁੰਦੀਆਂ ਸੀਗੀਆਂ। ਤਾਂ ਉਸ ਟਾਈਮ ਮੇਰੀ BBC ਵਿੱਚ ਇੰਟਰਵਿਊ ਹੋਈ, ਇੰਗਲੈਂਡ ਵਿੱਚ BBC। ਉਹਨਾਂ ਨੇ ਮੈਨੂੰ ਇਹ ਪੁੱਛਿਆ, ਤੁਸੀਂ ਕਿਵੇਂ ਆਪਣਾ ਇਸ ਸੈਕਟਰ ਨੂੰ ਕਿਵੇਂ ਚੂਜ਼ ਕੀਤਾ, ਹੈ ਨਾ? ਲੇਡੀਜ਼ ਜ਼ਿਆਦਾ ਹੁੰਦੀਆਂ ਫੈਸ਼ਨ ਸ਼ੋ, ਇਸ ਇੰਡਸਟਰੀ ਵੱਲ ਜ਼ਿਆਦਾ ਕਨੈਕਟ ਹੁੰਦੀਆਂ ਹੈਗੀਆਂ। ਪਰ ਇੱਕ ਪੈਸ਼ਨ ਸੀਗਾ ਮੇਰੇ ਅੰਦਰ, ਤੁਹਾਡੇ ਪੈਸ਼ਨ ਆਉਂਦਾ ਤਾਂ ਇਵੇਂ ਹੌਲੀ ਹੌਲੀ ਆਪਣਾ ਮੈਂ ਦੇਖਿਆ ਟ੍ਰੈਂਡ ਬਦਲਦਾ ਰਿਹਾ। ਹੋਰ ਹੁਣ ਮੈਂ ਦੇਖਦੀ ਹਾਂ ਕਾਫੀ ਲੇਡੀਜ਼ ਬੜੀ ਐਕਟਿਵ ਹੋ ਰਹੀਆਂ ਹੈਗੀਆਂ, ਇਸ 'ਚ ਅੱਗੇ ਆਉਂਦੀਆਂ ਹੈਗੀਆਂ। ਅਤੇ ਬਦਲਾਵ ਤਾਂ ਦੇਖੋ ਆਏ ਹੈਗੇ ਇੰਨੇ ਸਾਲਾਂ ਵਿੱਚ। ਪਹਿਲਾਂ ਇਹ ਚੀਜ਼ਾਂ ਨਹੀਂ ਸੀਗੀਆਂ ਇੰਨੀ ਓਪਨ, ਹੁਣ ਓਪਨਲੀ ਹਰ ਲੇਡੀ ਕਾਰੋਬਾਰ ਕਰਦੀ ਹੈਗੀ ਹੈ। ਹੁਣ ਟ੍ਰੈਂਡ ਬਣ ਗਿਆ ਵਰਕ ਫਰੋਮ ਹੋਮ।
ਸਾਡਾ ਜਿਵੇਂ ਟ੍ਰੈਂਡ ਹੀ ਹੈਗਾ ਵਰਕ ਫਰਮ ਹੋਮ, ਉਸ 'ਚ ਸਾਨੂੰ ਕੀ ਬੈਨੀਫਿਟ ਹੁੰਦਾ, ਅਸੀਂ ਕੰਮ ਵੀ ਅੱਛਾ ਕਰ ਪਾ ਰਹੇ ਹਾਂ, ਫੈਮਿਲੀ ਨੂੰ ਟਾਈਮ ਵੀ ਪੂਰਾ ਦੇ ਪਾ ਰਹੇ ਹਾਂ। ਪਹਿਲਾਂ ਕੀ ਹੁੰਦਾ ਸੀ, ਆਫਿਸ ਜਾਣਾ ਹੈ, ਉਹ ਟਾਈਮ ਥੋੜਾ ਵੇਸਟ ਹੋਣਾ ਕਮਿਊਟਿੰਗ ਵਿੱਚ, ਉਹ ਬਚਦਾ ਹੈਗਾ। ਨਾਲ ਤੋਂ ਸਾਰਾ ਦਿਨ ਘਰ 'ਚ ਹੈਗੇ, ਫੁੱਲ ਟਾਈਮ ਤੁਸੀਂ ਦੋਨੋਂ ਜੌਬਸ ਕਰ ਸਕਦੇ ਹੋ, ਬੱਚਿਆਂ ਵਾਲੇ ਵੀ ਅਟੈਂਡ ਕਰ ਸਕਦੇ ਹੋ, ਦੂਜਾ ਆਪਣਾ ਕਾਰੋਬਾਰ ਵੀ ਦੇਖ ਸਕਦੇ ਹੈਗੇ ਹੋ। ਸੋ ਇਹ ਟ੍ਰੈਂਡ ਕਾਫੀ ਦੇਖਿਆ ਚੇਂਜ ਹੁੰਦਾ। ਹੁਣ ਕਰੋਨਾ ਵਾਇਰਸ ਦਾ ਬਿਲਕੁਲ ਟ੍ਰੈਂਡ ਚੇਂਜ ਹੋ ਗਿਆ। ਹੁਣ ਤਾਂ ਲਾਈਫ ਸਟਾਈਲ ਹੀ ਐਵੇਂ ਬਦਲ ਗਿਆ ਸਾਡਾ ਕਿ ਬਾਹਰ ਜਾਣ ਨੂੰ ਦਿਲ ਹੀ ਨਹੀਂ ਕਰਦਾ। ਤੇ ਤੁਸੀਂ ਬੁੱਕਸ ਵੀ ਲਿਖੀਆਂ ਨੇ ਕੁਕਿੰਗ ਉੱਪਰ, ਅਲੱਗ-ਅਲੱਗ ਟੌਪਿਕਸ ਉੱਪਰ, ਇਹਦੇ ਬਾਰੇ ਅਸੀਂ ਜਾਣਨਾ ਚਾਹਾਂਗੇ, ਸ਼ੌਕ ਕਿੱਦਾਂ ਪਿਆ ਤੁਹਾਨੂੰ? ਹਾਂਜੀ, ਮੈਨੂੰ ਇਵੇਂ ਲੱਗਦਾ ਸੀ ਕਿ ਮੈਨੂੰ ਜਿਹੜੀਆਂ ਲੇਡੀਜ਼ ਨੇ ਆਪਣੀ ਲਾਈਫ ਵਿੱਚ ਕੁਝ ਹਾਸਲ ਕੀਤਾ ਹੈ, ਜਿਨ੍ਹਾਂ ਨੇ ਇੱਕ ਸਟੈਪ ਅੱਗੇ ਲਿੱਤਾ ਹੈ ਬਾਕੀ ਲੇਡੀਜ਼ ਨਾਲੋਂ, ਉਹਨਾਂ ਦੀ ਇੱਕ ਇਨਸਪੀਰੇਸ਼ਨਲ ਸਟੋਰੀ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਤਾਂ ਕਿ ਹੋਰ ਵੀ ਲੜਕੀਆਂ ਜੋ ਵੂਮਨ ਆ ਉਹਨੂੰ ਦੇਖ ਕੇ ਇੰਸਪਾਇਰ ਹੋਣ। ਤੇ ਉਹਨੂੰ ਲੈਂਦੇ ਹੋਏ ਮੈਂ 50 ਮੋਸਟ ਇਨਫਲੂਐਂਸ਼ੀਅਲ ਇੰਡੀਅਨ ਵੂਮਨ ਵਰਲਡ ਵਾਈਡ ਮੈਂ ਬੁੱਕ ਲਾਂਚ ਕੀਤੀ ਸੀਗੀ। ਇਹ 2018 ਜੂਨ ਵਿੱਚ ਮੈਂ ਕੀਤੀ ਸੀ ਲੰਡਨ ਵਿੱਚ ਪਾਰਲੀਮੈਂਟ ਵਿੱਚ। ਤੇ ਉਸ ਤੋਂ ਮੈਂ ਕਾਫੀ ਜ਼ਿਆਦਾ ਮੋਟੀਵੇਟ ਹੋਈ। ਫਿਰ ਮੈਨੂੰ ਲੱਗਿਆ ਕਿ ਹਜੇ ਤਾਂ ਹੋਰ ਵੀ ਬਹੁਤ ਲੋਕ ਨੇ ਜਿਨ੍ਹਾਂ ਦੀ ਸਟੋਰੀਜ਼ ਮੈਨੂੰ ਕਰਨੀਆਂ ਚਾਹੀਦੀਆਂ ਪਬਲਿਸ਼। ਤਾਂ ਫਿਰ ਮੈਂ 2019 ਵਿੱਚ ਐਡੀਸ਼ਨ 2 ਲਾਂਚ ਕੀਤੀ ਸੀ, ਫਿਰ ਉਹ ਵੀ ਮੈਂ ਪਾਰਲੀਮੈਂਟ ਵਿੱਚ ਹੀ ਲਾਂਚ ਕੀਤੀ ਸੀ। ਤਾਂ ਉਹਦਾ ਮੈਨੂੰ ਇਹਦਾ ਇੱਕ ਇਹ ਬੈਨੀਫਿਟ ਹੋਇਆ ਕਿ ਉਹਨਾਂ ਨਾਲ ਜਿਹੜੇ ਲੇਡੀਜ਼ ਜੁੜੀਆਂ ਸੀ, ਉਹਨਾਂ ਨੂੰ ਦੇਖ ਕੇ ਨਾ ਉਹਨਾਂ ਵਿੱਚ ਵੀ ਉਤਸ਼ਾਹ ਆਉਂਦਾ ਰਿਹਾ ਕਿ ਅਸੀਂ ਜੋ ਉਹ ਕਰ ਸਕਦੇ ਹਾਂ ਅਸੀਂ ਕਿਉਂ ਨਹੀਂ ਕਰ ਸਕਦੇ ਹੈਗੇ, ਉਹਨੂੰ ਹਿੰਮਤ ਮਿਲਦੀ ਹੈ। ਤਾਂ ਬਸ ਕਰਦੇ ਕਰਾਂਦੇ ਇੱਕ ਤਰ੍ਹਾਂ ਦਾ ਜਿਹੜੇ ਤੁਸੀਂ ਔਰਤਾਂ ਨੂੰ ਇਨਕਰੇਜ ਕਰਦੇ ਹੋ, ਹਿੰਮਤ ਦਿੰਦੇ ਹੋ, ਬਾਹਰ ਜਾ ਕੇ ਐਕਟੀਵਿਟੀਜ਼ ਕਰਦੇ ਹੋ, ਉਹਦਾ ਤੁਹਾਨੂੰ ਕੋਈ ਰਿਜ਼ਲਟ ਮਿਲਿਆ ਕਿ ਥੋੜਾ ਬਹੁਤ ਬਦਲਾਅ ਦੇਖਿਆ ਔਰਤਾਂ ਵਿੱਚ ਤੁਸੀਂ? ਬਹੁਤ ਜ਼ਿਆਦਾ, ਥੋੜਾ ਨਹੀਂ ਬਹੁਤ। ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਕੌਨਫੀਡੈਂਸ ਆ ਚੁੱਕਾ ਹੈ, ਡਰਦੀਆਂ ਨਹੀਂ ਹੈਗੀਆਂ ਹੁਣ। ਪਹਿਲਾਂ ਉਹਨਾਂ ਨੂੰ ਡਰ ਹੁੰਦਾ ਸੀ ਘਰ ਜਾਏਂਗੇ ਕਿਆ ਹੋਊਗਾ, ਹੁਣ ਉਹ ਡਰ ਨਹੀਂ, ਕਿਉਂਕਿ ਅਸੀਂ ਕਿਹੜਾ ਕੁਝ ਗਲਤ ਕਰ ਰਹੇ ਹੈਗਾ ਲਾਈਫ 'ਚ। ਬੰਦਾ ਡਰਦਾ ਕਿਉਂ ਹੈ? ਜਿਹੜਾ ਗਲਤ ਹੁੰਦਾ ਹੈਗਾ, ਇੱਥੇ ਬੰਦਾ ਸਹੀ ਉਹ ਵੀ ਡਰੀ ਜਾਏ, ਇਸ ਕਰਕੇ ਉਹਦੇ ਅੰਦਰ ਇੰਨਾ ਡਰ ਬਿਠਾਇਆ ਜਾਂਦਾ ਹੈਗਾ, ਤੂੰ ਐਸੇ ਕਰੋਗੇ ਤੂੰ ਐਸੇ ਹੋ ਜਾਏਗਾ। ਇਹ ਡਰ ਜਦ ਤੱਕ ਖਤਮ ਨਹੀਂ ਹੁੰਦਾ ਨਾ, ਲੜਕੀ ਅੱਗੇ ਵਧ ਹੀ ਨਹੀਂ ਸਕਦੀ। ਡਰ ਨੂੰ ਬਿਲਕੁਲ ਕੱਢ ਦੇਣਾ ਚਾਹੀਦਾ ਹੈਗਾ। ਤੇ ਸ਼ੈਲੀ, ਹੁਣ ਤੁਹਾਡੇ 2021 ਵਿੱਚ ਫਿਊਚਰ ਪਲਾਨਸ ਕੀ ਨੇ, ਕੀ ਐਕਸਪੈਕਟੇਸ਼ਨਸ ਨੇ ਇਸ ਸਾਲ ਤੋਂ? ਕਿਉਂਕਿ ਨਵਾਂ ਸਾਲ ਦੀ ਸ਼ੁਰੂਆਤ ਹੈ, ਹੁਣ ਅੱਗੇ ਕੀ ਪਲਾਨਸ ਨੇ ਤੁਹਾਡੇ? ਬਸ ਮੇਰੇ ਪਲੈਨਿੰਗ ਇਵੇਂ ਹੀ ਹੈਗਾ ਕਿ ਆਪਾਂ ਹੋਰ ਨਾਲ ਆਪਣੇ ਲਈ ਲੇਡੀਜ਼ ਜੋੜਾਂਗੇ, ਹੋਰ ਲੋਕਾਂ ਦੀ ਜੋ ਵੀ ਸਮਾਜ ਸੇਵਾ ਹੋਏਗੀ ਕਰਾਂਗੇ, ਜਿੰਨਾ ਵੱਧ ਤੋਂ ਵੱਧ ਹੈਲਪ ਕਰ ਸਕਾਂਗੇ ਲੋਕਾਂ ਨਾਲ ਕਰਾਂਗੇ। ਜੋ ਟ੍ਰਾਂਸਫਰਮੇਸ਼ਨ ਅਸੀਂ ਆਪਣੀ ਤਰਫ ਤੋਂ ਲੈ ਕੇ ਆਉਣਾ ਚਾਹੁੰਦੇ ਹਾਂ, ਵਿਲ ਡੂ ਦੈਟ। ਤਾਂ ਤੁਸੀਂ ਦੇਖਿਆ ਸੀ ਕਿ ਮੈਨੂੰ ਐਂਟਰਪ੍ਰੇਨਰ ਸ਼ੈਲੀ ਜੀ ਜਿਨ੍ਹਾਂ ਨੇ ਦੱਸਿਆ ਕਿ ਔਰਤਾਂ ਨੂੰ ਅੱਗੇ ਵਧਣਾ ਚਾਹੀਦਾ, ਔਰਤਾਂ ਨੂੰ ਜੋ ਉਹਨਾਂ ਦੇ ਮਨ 'ਚ ਉਹ ਕਰਨਾ ਚਾਹੀਦਾ, ਪਰ ਡਰਨਾ ਨਹੀਂ ਚਾਹੀਦਾ। ਕਿਉਂਕਿ ਔਰਤ ਅੱਜ ਵੀ ਮਰਦ ਨਾਲ ਕੰਧਾ ਮਿਲਾ ਕੇ ਕੰਮ ਕਰਦੀ ਹੈ, ਉਹਨੂੰ ਕਿਸੇ ਤਰ੍ਹਾਂ ਦਾ ਕੰਪੀਟੀਸ਼ਨ, ਉਹਨੂੰ ਇਹ ਹੈ ਕਿ ਮੈਂ ਆਪਣੇ ਪੈਰਾਂ 'ਤੇ ਖੜੀ ਹੋਈ ਹਾਂ। ਪਰ ਜਿਹੜੇ ਮਰਦ ਨੇ ਔਰਤ ਨੂੰ ਹਾਲੇ ਵੀ ਜਿਹੜੀ ਪੈਰ ਦੀ ਜੁੱਤੀ ਸਮਝਦੇ ਨੇ, ਜੋ ਕਿ ਮਾੜੀ ਗੱਲ ਹੈ। ਇੱਦਾਂ ਨਹੀਂ ਹੋਣਾ ਚਾਹੀਦਾ। ਤੁਸੀਂ ਵੀ ਆਪਣੇ ਜਿਹੜੇ ਇਸ ਬਾਰੇ ਵਿਚਾਰ ਨੇ ਸਾਂਝੇ ਕਰ ਸਕਦੇ ਹੋ ਕਿ ਔਰਤ ਕੰਮ ਕਰਨਾ ਚਾਹੁੰਦੀ ਹੈ, ਉਹਦੀ ਭਾਵਨਾਵਾਂ ਨੂੰ ਕੀ, ਉਹਦੀ ਜਿਹੜੀ ਭਾਵਨਾਵਾਂ ਨੇ ਵਿਆਹ ਕਰਾਉਣ ਤੋਂ ਬਾਅਦ ਉਹਦੇ ਸੁਪਨੇ ਖਤਮ ਹੋ ਜਾਂਦੇ ਨੇ। ਇਸ ਬਾਰੇ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜਿਹੜੇ ਹੈਗੇ ਦੱਸ ਸਕਦੇ ਹੋ। ਬਣੇ ਰਹੋ TV NRI ਨਾਲ।